सत श्री अकाल जी। मैं लवप्रीत कौर हाजर जी एस साकी द्वारा लिखी गई अज की कहानी लैके। कहानी नूं शुरू करन तो पहलां वीडियो नूं लाइक कर दिओ ते चैनल नूं जरूर सबसक्राइब कर लिओ जी। आओ हुण आपां शुरू करदे हां अपनी अज की कहानी। दोपहर ठीक 12:30 बजे सतनाम की आवाज़ साडे घर के बाहर बूहे ते आउंदी, जिस दे कन्नी पैंदिआं सार पता नहीं मैनूं की हो जांदा। मैं काहल नाल पहलां विहड़े विच लगे नलके वल नसदा, फटाफट पंप गेड़ा हत्थ धोंदा ते फिर उन्हां गिले हत्थां नूं झुग्गे नाल पूंझदा रसोई वल तुर पैंदा। पौणे विच वलेटे 2 प्रशादे साबे विचों बाहर कढ़दा ते ढक्कन नाल ढकी सब्जी वाली कौली हत्थ फड़ी बाहर बूहे वल तुर पैंदा। बूहा खोलदिआं सार सामने खड़ी एक हस्ती दिसदी, मसां 20-22 सालां दी उमर, जिस दे चेहरे वल कुछ पलां लई मैं वेखदा ही रह जांदा। रेशम जही मुलायम काली संघनी दाड़ी ते मुੱਛਾਂ नाल कजिया चेहरा, इंज लगदा जिवें सवेर दा सूरज चढ़ रिहा होवे। मेरे नाल नज़र मिलदिआं ही उत्थे मुस्कान खिलर जांदी। मैनूं लगदा जिवें उस चढ़दे सूरज ने 4 चफेरे अपना रंग वखेर दिता होवे। फिर मेरी नज़र उन्हां दे पट ते धरे चिट्टे लट्ठे नाल कज्जे टोकरे ते चली जांदी। ਉਹ ਆਪਣੇ सज्जे पैर ਨੂੰ ਸਾਡੇ घर ਦੀ बाहर वाली देली ते धर अपने पट ਨੂੰ ਸਿੱਧਾ ਕਰ ਉਸ ਤੇ ਵੱਡਾ ਸਾਰਾ ਟੋਕਰਾ ਧਰ ਲੈਂਦੇ। फिर जदों ਉਹ उस तो चिट्टा कपड़ा लाउंदी तां मेरी नज़र उस होठों बाहर वल निकल दिसदी, हर एक चीज़ ते पलां विच घुम जांदी। ਉਹ मेरे हत्थों दोवें प्रशादे लै टोकरे विच ਪਹਿਲਾਂ ही एक पासे ਨੂੰ ਪਈਆਂ काफ़ी सारियां रोटियां दी थेई ते धर लैंदे। जे मेरे हत्थी फड़ी कौली विच सब्जी हुंदी तां ਉਹ पित्तल दी चमचमांदी छोटी दोणी विच पा लैंदे, पर जे कौली विच दाल हुंदी तां वड्डी दोणी विच मूदी कर लैंदे। जिस दिन कोई तिहार हुंदा माँ खीर जां कड़ाह जरूर बनांदी ते ਉਹ बाबा जी लई अड्ड सुच्ची कौली भर रखदी। इस लई उन्हां दे टोकरे विच एक खुले मूँह वाला भांडा हुंदा, जिस विच ਉਹ खीर ते कड़ाह दोवें इकट्ठे करी जांदे। ਉਹ मेरे हत्थों सब्जी रोटी लै टोकरे नूं ਪਹਿਲਾਂ वांग चिट्टे कपड़े नाल चंगी तरह ਕੱਜ ਲੈਂਦੇ ਤੇ ਫਿਰ ਹੁਲਾਰਾ ਜਿਹਾ ਮਾਰ ਕੇ ਆਪੇ ਚੁੱਕ ਸਿਰ ਤੇ ਧਰਦੇ। ਇਸ ਤੋਂ ਬਾਅਦ ਸਤਨਾਮ ਕੇ ਅਗਲੇ ਬੂਹੇ ਵੱਲ ਟੁਰ ਪੈਂਦੇ। ਮੈਂ ਉਹਨਾਂ ਦੇ ਟੁਰੇ ਜਾਂਦਿਆਂ ਦੀ ਪਿੱਠ ਵੱਲ ਵੇਖਦਾ ਰਹਿੰਦਾ। ਦੇਹ ਤੇ ਪਹਿਨਿਆ ਗੋਡਿਆਂ ਤੀਕ ਦਾ ਚਿੱਟੇ ਮੋਟੇ ਕੱਪੜੇ ਦਾ ਚੋਲਾ, ਜਿਸ ਦੀਆਂ ਖੁੱਲੀਆਂ ਬਾਹਾਂ, ਸਿਰ ਤੇ ਕੱਸ ਕੇ ਬੰਨੀ ਚਿੱਟੀ ਪੱਗ, ਲੱਕ ਦੁਆਲੇ ਲਪੇਟਿਆ ਪੀਲਾ ਕੱਪੜਾ ਤੇ ਪੈਰਾਂ ਵਿੱਚ ਦੇਸੀ ਜੁੱਤੀ, ਗੋਡਿਆਂ ਤੋਂ ਹੇਠਾਂ ਤੀਕ ਦਿਸਦੀਆਂ ਪਿੰਡਰੀਆਂ ਜਿਵੇਂ ਧਰਤੀ ਵਿੱਚ ਗੱਡੇ 2 ਮਜ਼ਬੂਤ ਥੰਮ। ਉਹ ਸਿਰ ਤੇ ਟੋਕਰਾ ਚੁੱਕੀ ਸਾਡੀ ਗਲੀ ਦੇ ਅਖੀਰ ਤੇ ਡਾਕਟਰਾਂ ਦੇ ਬੂਹੇ ਮੂਹਰੇ ਖੜੋ ਸਤਨਾਮ ਕਹਿੰਦੇ ਤੇ ਉਹਨਾਂ ਦੀ ਬੁਲੰਦ ਆਵਾਜ਼ ਐਡੀ ਲੰਬੀ ਗਲੀ ਨੂੰ ਪਾਰ ਕਰਦੀ ਮੇਰੇ ਤੀਕ ਪਹੁੰਚ ਜਾਂਦੀ। ਫਿਰ ਉਹ ਉੱਥੋਂ ਗਲੀ ਦਾ ਮੋੜ ਅੱਖਾਂ ਤੋਂ ਓਝਲ ਹੋ ਜਾਂਦੇ। ਜਦੋਂ ਦੀ ਇਹ ਗੱਲ ਹੈ, ਉਸ ਵੇਲੇ ਮੈਂ ਬਹੁਤ ਛੋਟਾ ਸੀ, ਮਸਾਂ 10 ਜਾਂ 11 ਸਾਲਾਂ ਦਾ ਹੋਵਾਂਗਾ। ਮਾਂ ਕੋਲੋਂ ਪਤਾ ਲੱਗਾ ਇਹ ਬਾਬਾ ਨਿਰਮਲ ਸਿੰਘ ਜੀ ਸਨ, ਜਿਹੜੇ ਉਦੋਂ ਤੋਂ ਹੀ ਪਟਿਆਲੇ ਭਾਈ ਜੱਸਾ ਸਿੰਘ ਦੇ ਗੁਰਦੁਆਰੇ ਦੀ ਸੇਵਾ ਕਰਦੇ ਆ ਰਹੇ ਸੀ। ਜਦੋਂ ਕਦੀ ਉਹ ਵਿਆਹੀ ਸ਼ਹਿਰ ਆਈ ਸੀ, ਉਦੋਂ ਤਾਂ ਇਹਨਾਂ ਦੇ ਮੁੱਛਾਂ ਦੀ ਬਸ ਇੱਕ ਹਲਕੀ ਜਿਹੀ ਲਕੀਰ ਹੀ ਦਿਸਦੀ ਸੀ। ਉਮਰ ਮਸਾਂ 15-16 ਵਰ੍ਹਿਆਂ ਦੀ ਹੋਣੀ। ਜਦੋਂ ਇਹ ਗੁਰਦੁਆਰੇ 'ਚ ਆਏ ਤਾਂ 2 ਜਣੇ ਸਨ। ਨਾਲ ਆਇਆ ਮੁੰਡਾ ਤਾਂ 3-4 ਦਿਨਾਂ ਬਾਅਦ ਆਪਣੇ ਘਰ ਮੁੜ ਗਿਆ, ਪਰ ਬਹੁਤਾ ਕਿਹਾ ਤੇ ਵੀ ਇਹ ਉਸ ਨਾਲ ਨਾ ਗਏ। ਉਸ ਮੁੰਡੇ ਨੇ ਜਾਣ ਤੋਂ ਪਹਿਲਾਂ ਦੱਸਿਆ ਕਿ ਬਾਬਾ ਨਿਰਮਲ ਸਿੰਘ ਇੱਕ ਬਹੁਤ ਵੱਡੇ ਵਿਆਪਾਰੀ ਦੇ ਘਰੋਂ ਨੇ, ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ। ਹਜ਼ਾਰਾਂ ਲੱਖਾਂ ਦੀ ਜਾਇਦਾਦ ਹੈ। ਇਕੱਲੇ ਪੁੱਤਰ ਨੂੰ ਆਪਣੇ ਹੱਥੀਂ ਇੱਕ ਗਰਾਹੀ ਵੀ ਨਹੀਂ ਸੀ ਤੋੜਨੀ ਪੈਂਦੀ। ਨੌਕਰ ਚਾਕਰ ਕਾਰਾਂ ਕੋਠੀਆਂ ਕੀ ਨਹੀਂ ਇਹਨਾਂ ਕੋਲ, ਪਰ ਕਹਿੰਦੇ ਇਹਨਾਂ ਦੇ ਪਿਤਾ ਜੀ ਸੰਤਾਂ ਦੀ ਸੰਗਤ ਕਰਨ ਵਾਲੇ ਸਨ। ਇੱਕ ਵਾਰੀ ਇਹਨਾਂ ਨੂੰ ਨਾਲ ਲੈ ਕੇ ਮਹਾਂਪੁਰਸ਼ਾਂ ਦੀ ਸੰਗਤ 'ਚ ਗਏ। ਇਹ ਪਿਓ ਦੀ ਕੁੱਛੜ ਚੜੇ ਹੋਏ ਸਨ। ਮਹਾਂਪੁਰਸ਼ ਨੇ ਬਾਬਾ ਨਿਰਮਲ ਸਿੰਘ ਦੇ ਮੱਥੇ ਵੱਲ ਵੇਖਦਿਆਂ ਇਹਨਾਂ ਦੇ ਪਿਤਾ ਨੂੰ ਕਿਹਾ, ਭਾਈ ਇਹ ਤਾਂ ਸੇਵਕ ਹੈ ਤੇ ਲੋਕਾਂ ਦੀ ਸੇਵਾ ਕਰਨ ਲਈ ਹੀ ਇਸ ਸੰਸਾਰ ਵਿੱਚ ਆਇਆ ਹੈ। ਇਹਨੇ ਤੇਰੀਆਂ ਕਾਰਾਂ ਕੋਠੀਆਂ 'ਚ ਨਹੀਂ ਰਹਿਣਾ। ਤੂੰ ਭਾਵੇਂ ਇਸ ਨੂੰ ਕਿੰਨਾ ਵੀ ਬੰਨ੍ਹ ਕੇ ਰੱਖ ਲਈ, ਇਹਨਾਂ ਇੱਕ ਦਿਨ ਤੇਰੇ ਹੱਥੋਂ ਆਜ਼ਾਦ ਪੰਛੀ ਬਣ ਉਡਾਰੀ ਮਾਰ ਉੱਡ ਜਾਣਾ। ਪਿਓ ਇੱਕ ਵਾਰੀ ਤਾਂ ਇਹ ਸੁਣ ਕੇ ਸਕਤੇ ਜਿਹੇ ਵਿੱਚ ਆ ਗਿਆ। ਉਸ ਦਾ ਇਕੱਲਾ ਪੁੱਤ ਜੋ ਸੀ, ਕਰਦਾ ਵੀ ਕੀ, ਪਰ ਉਹ ਅੱਗੋਂ ਕਿਹੜਾ ਘੱਟ ਸੀ, ਹੋਣੀ ਨੂੰ ਮੰਨਦਾ ਸੀ। ਉਸਨੇ ਸਾਰਾ ਕੁਝ ਉੱਪਰ ਵਾਲੇ ਖਾਤਰ ਛੱਡ ਦਿੱਤਾ। ਫਿਰ ਇਹ ਵੱਡੇ ਹੋ ਕਿੰਨੇ ਹੀ ਸਾਧੂ ਸੰਤਾਂ ਤੇ ਮਹਾਂਪੁਰਸ਼ਾਂ ਦੀ ਸੰਗਤ 'ਚ ਘੁੰਮਦੇ ਰਹੇ, ਪਰ ਇਹਨਾਂ ਦਾ ਮਨ ਕਿਤੇ ਵੀ ਨਹੀਂ ਟਿਕਿਆ। ਇਹ ਇੱਕ ਦਿਨ ਘੁੰਮਦੇ ਘੁਮਾਉਂਦੇ ਸਾਡੇ ਸ਼ਹਿਰ ਪਟਿਆਲੇ ਭਾਈ ਜੱਸਾ ਸਿੰਘ ਜੀ ਦੇ ਗੁਰਦੁਆਰੇ ਆ ਗਏ ਤੇ ਇੱਥੇ ਦੇ ਹੀ ਹੋ ਕੇ ਰਹਿ ਗਏ। ਭਾਈ ਜੱਸਾ ਸਿੰਘ ਜੀ ਦਾ ਗੁਰਦੁਆਰਾ ਪਟਿਆਲੇ ਸ਼ਹਿਰ ਦੇ ਲਹਿੰਦੇ ਵੱਲ ਹੈ, ਕੋਈ ਸਾਡੇ ਘਰੋਂ 3 ਕੋਹ ਦੀ ਦੂਰੀ ਤੇ।
ਜਦੋਂ ਬਾਬਾ ਨਿਰਮਲ ਸਿੰਘ ਗੁਰਦੁਆਰੇ 'ਚ ਆਏ ਤਾਂ ਪਤਾ ਨਹੀਂ ਉਹਨਾਂ ਨਾਲ ਹੀ ਨੇੜੇ ਦੇ ਪਿੰਡ ਦੇ ਕਈ ਕੁੱਤੇ ਕਿਵੇਂ ਉੱਥੇ ਆ ਕੇ ਰਹਿਣ ਲੱਗੇ। ਅਸਲ 'ਚ ਤਾਂ ਉਹਨਾਂ ਦੇ ਰਹਿਣ ਦਾ ਕਾਰਨ ਵੀ ਬਾਬਾ ਨਿਰਮਲ ਸਿੰਘ ਸਨ। ਇਹ ਉਹਨਾਂ ਨੂੰ ਦੋਵੇਂ ਵੇਲੇ ਰਾਜਮਾ ਟੁੱਕ ਜੋ ਪਾਣ ਲੱਗੇ ਸਨ, ਪਰ ਉਹ ਟੁੱਕ ਇੰਨਾ ਨਹੀਂ ਸੀ ਹੁੰਦਾ ਕਿ ਕੁੱਤਿਆਂ ਦਾ ਢਿੱਡ ਭਰ ਕੇ ਗੁਰਦੁਆਰੇ 'ਚ ਰਹਿੰਦੇ ਦੂਜੇ ਸੇਵਕਾਂ ਲਈ ਵੀ ਬਚ ਜਾਵੇ। ਬਸ ਫਿਰ ਕੀ ਉਸੇ ਦਿਨੋਂ ਬਾਬਾ ਨਿਰਮਲ ਸਿੰਘ ਜੀ ਨੇ ਸਿਰ ਤੇ ਟੋਕਰਾ ਚੁੱਕ ਲਿਆ ਤੇ ਪੱਕਿਆ ਅੰਨ ਇਕੱਠਾ ਕਰਨ ਲੱਗੇ। ਉਹ ਰੋਜ਼ ਦੇ ਬੰਨੇ ਘਰਾਂ 'ਚੋਂ ਪ੍ਰਸ਼ਾਦੇ ਮੰਗ ਕੇ ਗੁਰਦੁਆਰੇ ਲੈ ਜਾਂਦੇ। ਉਹ ਅੰਨ ਫਿਰ ਇੰਨਾ ਹੁੰਦਾ ਕਿ ਗੁਰਦੁਆਰੇ 'ਚ ਰਹਿਣ ਵਾਲੇ ਸੇਵਕਾਂ 'ਚ ਵੰਡ ਅਤੇ ਕੁੱਤਿਆਂ ਨੂੰ ਖਵਾ ਕੇ ਵੀ ਆਉਂਦੇ ਜਾਂਦੇ ਰਾਈਆਂ ਦੇ ਢਿੱਡ ਭਰਨ ਲਈ ਬਚ ਜਾਂਦਾ। ਗੁਰਦੁਆਰੇ ਤੋਂ ਥੋੜਾ ਅੱਗੇ ਨੂੰ ਜਾ ਕੇ ਇੱਕ ਸੰਘਣਾ ਬੀੜ ਹੈ। ਅਸੀਂ ਮੁਹੱਲੇ ਦੇ ਮੁੰਡੇ ਜਦੋਂ ਉੱਥੇ ਝਾੜੀਆਂ ਦੇ ਬੇਰ ਖਾਣ ਲਈ ਜਾਂਦੇ ਤਾਂ ਭਾਈ ਜੱਸਾ ਸਿੰਘ ਦੇ ਗੁਰਦੁਆਰੇ 'ਚ ਹੀ ਦੁਪਹਿਰ ਦਾ ਲੰਗਰ ਛਕਦੇ। ਭਾਵੇਂ ਘਰੋਂ ਅਸੀਂ ਕਿੰਨਾ ਵੀ ਢਿੱਡ ਭਰ ਕੇ ਕਿਉਂ ਨਾ ਜਾਂਦੇ, ਪਰ ਉੱਥੋਂ ਦੇ ਲੰਗਰ ਦਾ ਆਪਣਾ ਹੀ ਸਵਾਦ ਹੁੰਦਾ ਸੀ। ਬਾਬਾ ਨਿਰਮਲ ਸਿੰਘ ਜੀ ਜਦੋਂ ਹਰ ਮੁੰਡੇ ਨੂੰ 2 ਪ੍ਰਸ਼ਾਦਿਆਂ ਤੇ ਘਰ ਘਰ ਤੋਂ ਇਕੱਠੀ ਕੀਤੀ ਸਬਜ਼ੀ ਰੱਖ ਦਿੰਦੇ ਤਾਂ ਖਾਣ ਲਈ ਇੱਕ ਵੇਲੇ ਵਿੱਚ ਹੀ ਸਾਨੂੰ ਮੌਸਮ ਦੀ ਹਰ ਸਬਜ਼ੀ ਇੱਕੋ ਵਾਰੀ ਵਿੱਚ ਮਿਲ ਜਾਇਆ ਕਰਦੀ ਸੀ। ਫਿਰ ਅਸੀਂ ਉੱਥੋਂ ਟੂਟੀਆਂ ਤੋਂ ਪਾਣੀ ਪੀ ਮੁੜ ਬੀੜ ਵਿੱਚ ਬੇਰ ਖਾਣ ਲਈ ਚਲੇ ਜਾਂਦੇ। ਬਾਬਾ ਨਿਰਮਲ ਸਿੰਘ ਜੀ ਸਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਚੰਗੇ ਲੱਗਦੇ ਸਨ। ਭਾਵੇਂ ਉੱਥੇ ਗੁਰਦੁਆਰੇ ਵਿੱਚ ਉਹਨਾਂ ਤੋਂ ਵੀ ਵੱਡੇ ਗ੍ਰੰਥੀ ਜੀ ਸਨ, ਪਰ ਅਸੀਂ ਕਦੇ ਵੀ ਉਹਨਾਂ ਦੇ ਹੱਥੋਂ ਲੰਗਰ ਨਹੀਂ ਸੀ ਲਿਆ। ਜਦੋਂ ਵੀ ਅਸੀਂ ਗੁਰਦੁਆਰੇ ਜਾਂਦੇ ਬਾਬਾ ਨਿਰਮਲ ਸਿੰਘ ਜੀ ਨੂੰ ਹਮੇਸ਼ਾ ਸੇਵਾ ਵਿੱਚ ਲੱਗਿਆ ਵੇਖਦੇ। ਉਹ ਜਿੰਨੀ ਲਗਨ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਸਨ, ਓਨੀ ਹੀ ਲਗਨ ਨਾਲ ਕੀਰਤਨ ਅਤੇ ਪਾਠ ਵੀ ਕਰਦੇ ਸਨ। ਸ਼ਹਿਰ ਵਿੱਚ ਗੁਰਪੁਰਬ ਵਾਲੇ ਦਿਨ ਜਦੋਂ ਨਗਰ ਕੀਰਤਨ ਨਿਕਲਦਾ ਤਾਂ ਉਹ ਪਾਣੀ ਲਈ ਹੱਥ ਰੇੜੀ ਲੈ ਨਗਰ ਕੀਰਤਨ ਦੇ ਨਾਲ ਟੁਰਦੇ ਰਹਿੰਦੇ। ਰੇੜੀ ਵਿੱਚ 2 ਵੱਡੇ ਡਰਮ ਧਰੇ ਹੁੰਦੇ। ਉਹ ਸੰਗਤਾਂ ਨੂੰ ਪਾਣੀ ਦੇ ਗਲਾਸ ਭਰ ਪਿਆਉਂਦੇ। ਕਈ ਮੀਲ ਦਾ ਪੈਂਡਾ ਪੈਦਲ ਤੈਅ ਕਰਦੇ, ਪਰ ਇੰਨਾ ਕਰਨ ਤੇ ਵੀ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਖੇੜਾ ਖਿਲਰਿਆ ਰਹਿੰਦਾ। ਘਰ ਵਿੱਚ ਰਹਿੰਦਿਆਂ ਇਹ ਸਤਨਾਮ ਦੀ ਆਵਾਜ਼ ਸੁਣਨ ਦਾ ਮੌਕਾ ਮੈਨੂੰ ਛੁੱਟੀ ਵਾਲੇ ਦਿਨ ਹੀ ਮਿਲਦਾ ਸੀ। ਬਾਬਾ ਨਿਰਮਲ ਸਿੰਘ ਜਦੋਂ ਸਾਰੇ ਸ਼ਹਿਰ ਦਾ ਚੱਕਰ ਕੱਟ ਘਰ ਘਰ ਤੋਂ ਪ੍ਰਸ਼ਾਦੇ ਇਕੱਠੇ ਕਰ ਸਾਡੇ ਬੂਹੇ ਤੇ ਪਹੁੰਚਦੇ ਸਨ ਤਾਂ ਉਸ ਵੇਲੇ ਦੁਪਹਿਰ ਦੇ 12:30 ਦਾ ਵੇਲਾ ਹੁੰਦਾ ਸੀ। ਤਦ ਅਸੀਂ ਸਕੂਲ ਹੁੰਦੇ ਸਾਂ। ਉਹ ਸਵੇਰੇ 9 ਵਜੇ ਸਿਰ ਤੇ ਖਾਲੀ ਟੋਕਰਾ ਧਰ ਗੁਰਦੁਆਰਾ ਸਾਹਿਬ ਤੋਂ ਪੈਦਲ ਟੁਰਦੇ ਸਨ। ਫਿਰ ਸਾਰਾ ਆਰੀਆ ਸਮਾਜ ਸਬਜ਼ੀ ਮੰਡੀ ਕੜਾਹ ਵਾਲਾ ਚੌਂਕ ਤੋਂ ਹੁੰਦੇ ਹੋਏ ਸਾਡੇ ਬੂਹੇ ਤੀਕ ਪਹੁੰਚਦੇ। ਸਾਡੇ ਘਰ ਤੀਕ ਅੱਪੜਦਿਆਂ ਟੋਕਰੇ ਦਾ ਭਾਰ ਇੰਨਾ ਹੋ ਜਾਂਦਾ ਕਿ ਇਕੱਲਾ ਜਣਾ ਤਾਂ ਆਰਾਮ ਨਾਲ ਉਸਨੂੰ ਚੱਕ ਵੀ ਨਹੀਂ ਸੀ ਸਕਦਾ। ਪਰ ਬਾਬਾ ਨਿਰਮਲ ਸਿੰਘ ਵਿੱਚ ਇਹ ਰੱਬੀ ਤਾਕਤ ਪਤਾ ਨਹੀਂ ਕਿੱਥੋਂ ਆਈ ਸੀ ਕਿ ਉਹਨਾਂ ਗਰਮੀਆਂ ਸਰਦੀਆਂ ਮੀਂਹ ਝੱਖੜ ਵਿੱਚ ਕਦੇ ਇੱਕ ਵਾਰੀ ਵੀ ਨਾਗਾ ਨਹੀਂ ਸੀ ਕੀਤਾ। ਉਹ ਇੰਨੇ ਸਾਲਾਂ ਵਿੱਚ ਕਦੇ ਇੱਕ ਵਾਰੀ ਵੀ ਬਿਮਾਰ ਨਹੀਂ ਸਨ ਹੋਏ। ਬਸ ਇਹ ਤਾਂ ਕੋਈ ਰੱਬੀ ਸ਼ਕਤੀ ਸੀ ਜਿਹੜੀ ਉਹਨਾਂ ਕੋਲੋਂ ਸਾਰਾ ਕੁਝ ਕਰਵਾਈ ਜਾਂਦੀ ਸੀ। ਫਿਰ ਵਰੇ ਤੋਂ ਵਰੇ ਬੀਤਦੇ ਗਏ। ਮੈਂ ਪੜ੍ਹਾਈ ਪੂਰੀ ਕਰਕੇ ਪਟਿਆਲਾ ਸ਼ਹਿਰ ਛੱਡ ਦਿੱਲੀ ਆ ਗਿਆ। ਹੌਲੀ ਹੌਲੀ ਬਾਬਾ ਨਿਰਮਲ ਸਿੰਘ ਦਾ ਖਿਆਲ ਮਨੋਂ ਬਾਹਰ ਨਿਕਲ ਗਿਆ। ਜੇ ਕਦੇ ਨਸ ਭੱਜ ਵਿੱਚ ਪਟਿਆਲੇ ਚੱਕਰ ਲੱਗਦਾ ਵੀ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਿੱਤਰ ਮੰਡਲੀ ਨੂੰ ਮਿਲਦਿਆਂ 1-2 ਦਿਨ ਇਸੇ ਤਰ੍ਹਾਂ ਨਿਕਲ ਜਾਂਦੇ ਤੇ ਮੈਂ ਮੁੜ ਦਿੱਲੀ ਆ ਜਾਂਦਾ। ਇੰਨੇ ਲੰਮੇ ਸਮੇਂ ਵਿੱਚ ਨਾ ਤਾਂ ਮੈਂ ਮੁੜ ਕਦੇ ਭਾਈ ਜੱਸਾ ਸਿੰਘ ਜੀ ਦੇ ਗੁਰਦੁਆਰੇ ਗਿਆ ਤੇ ਨਾ ਕਦੇ ਬਾਬਾ ਨਿਰਮਲ ਸਿੰਘ ਜੀ ਦੇ ਦਰਸ਼ਨ ਹੋਏ। ਮਾਂ ਕੋਲੋਂ ਵੀ ਉਹਨਾਂ ਬਾਰੇ ਕਦੇ ਕੁਝ ਨਾ ਪੁੱਛਿਆ। ਇੱਕ ਵਾਰੀ ਜਦੋਂ ਮੈਂ ਘਰ ਆਇਆ ਬੱਚੇ ਨਾਲ ਸਨ। ਸਵੇਰੇ ਬਿਸਤਰ ਤੋਂ ਉੱਠਿਆ ਤਾਂ ਬੁਖਾਰ ਚੜ੍ਹਿਆ ਹੋਇਆ ਸੀ। ਉਸ ਦਿਨ ਮੈਂ ਘਰ ਹੀ ਸੀ। ਅਜੇ ਦੁਪਹਿਰ ਦੇ 12:30 ਵਜੇ ਸਨ ਕਿ ਬਾਹਰ ਬੂਹੇ ਤੇ ਉਹੀ ਸਤਨਾਮ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਮੈਂ ਕਦੇ ਛੋਟਾ ਹੁੰਦਾ ਸੁਣਿਆ ਕਰਦਾ ਸੀ। ਇਸ ਆਵਾਜ਼ ਦੇ ਨਾਲ ਹੀ ਜਿਵੇਂ ਮੇਰੇ ਮਨ ਵਿੱਚ ਵਰਿਆਂ ਦੀ ਬੱਦੀ ਸੁੱਤੇ ਪਏ ਸਾਰੇ ਖਿਆਲ ਫੇਰ ਜਾਗ ਪਏ। ਮੈਨੂੰ ਇੰਜ ਲੱਗਾ ਜਿਵੇਂ ਮੈਂ ਤਾਂ ਹੁਣ ਵੀ 30 ਵਰੇ ਪਹਿਲਾਂ ਝੱਗਾ ਪਹਿਨ ਕੇ ਘਰ 'ਚ ਘੁੰਮਦਾ ਮੁੰਡਾ ਬਣ ਗਿਆ ਸੀ। ਮੈਂ ਛਾਲ ਮਾਰ ਕੇ ਮੰਜੇ ਤੋਂ ਉੱਠ ਵਿਹੜੇ ਵਿੱਚ ਲੱਗੇ ਪੰਪ ਵੱਲ ਨੱਸਿਆ ਤੇ ਫਿਰ ਝੱਗੇ ਨਾਲ ਹੱਥ ਪੂੰਝਦਾ ਰਸੋਈ ਵੱਲ ਹੋ ਲਿਆ। ਉੱਥੇ ਪੌਣੇ ਵਿੱਚ ਵਲੇਟੇ 2 ਪ੍ਰਸ਼ਾਦੇ ਤੇ ਸਬਜ਼ੀ ਵਾਲੀ ਕੌਲੀ ਲੈ ਬਾਹਰ ਬੂਹੇ ਵੱਲ ਟੁਰ ਪਿਆ। ਬੂਹਾ ਖੋਲ੍ਹਦਿਆਂ ਮੇਰੇ ਸਾਹਮਣੇ ਉਹੀ ਬਾਬਾ ਨਿਰਮਲ ਸਿੰਘ ਜੀ ਖਲੋਤੇ ਸਨ। ਉਹ ਚਿੱਟੇ ਚੋਲੇ ਵਾਲੇ ਨਿਰਮਲ ਬਾਬਾ ਸਿੰਘ ਜੀ, ਉਹੀ ਕੱਸ ਕੇ ਬੰਨੀ ਸਿੱਧੀ ਪੱਗ, ਉਹੀ ਲੱਕ ਦੁਆਲੇ ਵਲੇਟਿਆ ਪੀਲਾ ਕੱਪੜਾ ਤੇ ਪੈਰਾਂ ਵਿੱਚ ਉਹੀ ਦੇਸੀ ਜੁੱਤੀ। ਭਾਵੇਂ ਉਹਨਾਂ ਦੇ ਚਿਹਰੇ ਤੇ ਅਜੇ ਵੀ ਚੜ੍ਹਦਾ ਸੂਰਜ ਉੱਗ ਰਿਹਾ ਸੀ, ਜਿੱਥੇ ਚਾਰੇ ਪਾਸੇ ਮੁਸਕਾਨ ਖਿਲਰੀ ਹੋਈ ਸੀ, ਪਰ ਉੱਥੇ ਹੁਣ ਕਾਲੀ ਸੰਘਣੀ ਦਾੜੀ ਤੇ ਮੁੱਛਾਂ ਦੀ ਥਾਂ
ਦੁੱਧ ਚਿੱਟੇ ਵਾਲ ਸਨ। ਜਿਵੇਂ ਬਾਬਾ ਨਿਰਮਲ ਸਿੰਘ ਜੀ ਨੇ ਕਾਲੀ ਦਾੜੀ ਮੁੱਛਾਂ ਨੂੰ ਚੰਨ ਚਾਨਣੀ ਵਿੱਚ ਧੋ ਕੇ ਇੱਕੋ ਵਾਰੀ ਦੁੱਧ ਚਿੱਟਾ ਕਰ ਲਿਆ ਸੀ। ਮੈਨੂੰ ਲੱਗਾ ਮੈਂ ਤਾਂ ਉਹ ਬਾਲ ਹਾਂ ਜਿਹੜਾ ਆਪਣੇ ਸਾਥੀਆਂ ਨਾਲ ਬਾਬਾ ਜੱਸਾ ਸਿੰਘ ਜੀ ਦੇ ਗੁਰਦੁਆਰੇ ਹੱਥ ਤੇ 2 ਰੋਟੀਆਂ ਰੱਖ ਲੰਗਰ ਛਕਿਆ ਕਰਦਾ ਸੀ। ਮੇਰਾ ਮਨ ਕੀਤਾ ਮੈਂ ਪਹਿਲਾਂ ਵਾਂਗ ਛਾਲ ਮਾਰ ਕੇ ਦੇਲੀ ਤੇ ਚੜ੍ਹ ਜਾਵਾਂ ਤੇ ਉਹਨਾਂ ਦੇ ਪੱਟ ਤੇ ਧਰੇ ਟੋਕਰੇ ਵਿੱਚ ਝਾਤ ਮਾਰ ਕੇ ਵੇਖਾਂ ਕਿ ਉੱਥੇ ਕੀ ਪਿਆ, ਪਰ ਮੈਨੂੰ ਇਹਦੀ ਲੋੜ ਮਹਿਸੂਸ ਨਾ ਹੋਈ ਕਿਉਂਕਿ ਮੇਰਾ ਕੱਦ ਹੁਣ ਇੰਨਾ ਲੰਬਾ ਹੋ ਗਿਆ ਸੀ ਕਿ ਮੈਂ ਫਰਸ਼ ਤੇ ਖੜੋਤਾ ਹੀ ਟੋਕਰੇ ਵਿੱਚ ਪਈਆਂ ਸਾਰੀਆਂ ਚੀਜ਼ਾਂ ਆਸਾਨੀ ਨਾਲ ਵੇਖ ਸਕਦਾ ਸੀ। ਨਜ਼ਰ ਮਾਰਿਆ ਉੱਥੇ ਸਭ ਕੁਝ ਉਹੀ ਦਿਸਿਆ ਜਿਹੜਾ ਮੈਂ ਕਦੇ ਸ਼ੁਰੂ ਵਿੱਚ ਦੇਖਿਆ ਕਰਦਾ ਸੀ। ਉਹ ਮੇਰੇ ਹੱਥੋਂ ਦੋਵੇਂ ਪ੍ਰਸ਼ਾਦੇ ਲੈ ਪਹਿਲਾਂ ਥੇਈ ਲੱਗੇ ਪ੍ਰਸ਼ਾਦਿਆਂ ਤੇ ਧਰ ਦਿੱਤੇ। ਸਬਜ਼ੀ ਪਿੱਤਲ ਦੀ ਚਮਚਮਾਂਦੀ ਦੋਣੀ ਵਿੱਚ ਪਾ ਲਈ। ਇਸ ਤੋਂ ਬਾਅਦ ਉਹ ਟੋਕਰਾ ਚੁੱਕ ਸਤਨਾਮ ਕਹਿੰਦੇ ਅੱਗੇ ਨੂੰ ਟੁਰ ਪਏ। ਮੈਂ ਵੇਖਿਆ ਉਹਨਾਂ ਨੇ ਹੁਣ ਬਹੁਤ ਔਖਿਆਂ ਹੋ ਟੋਕਰਾ ਸਿਰ ਤੇ ਧਰਿਆ ਸੀ। ਉਹਨਾਂ ਉਹ ਪਹਿਲਾਂ ਵਾਲਾ ਹੁਲਾਰਾ ਵੀ ਨਹੀਂ ਸੀ ਮਾਰਿਆ ਤੇ ਨਾ ਹੀ ਉਹਨਾਂ ਦੀ ਟੌਰ ਵਿੱਚ ਉਹ ਪਹਿਲਾਂ ਵਾਲੀ ਕਾਹਲ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮਾਂ ਨਾਲ ਗੱਲਾਂ ਚੱਲ ਪਈਆਂ। ਉਸ ਦੱਸਿਆ ਬਾਬਾ ਨਿਰਮਲ ਸਿੰਘ ਜੀ ਪਿਛਲੇ 40 ਵਰ੍ਹਿਆਂ ਤੋਂ ਇਸੇ ਤਰ੍ਹਾਂ ਹਰ ਰੋਜ਼ ਪ੍ਰਸ਼ਾਦੇ ਇਕੱਠੇ ਕਰਦੇ ਆ ਰਹੇ ਨੇ। ਉਹਨਾਂ ਇੰਨੇ ਲੰਬੇ ਅਰਸੇ ਵਿੱਚ ਕਦੇ ਇੱਕ ਨਾਗਾ ਨਹੀਂ ਪਾਇਆ। ਇਹ ਹੁਣ ਵੀ ਉਸੇ ਤਰ੍ਹਾਂ ਛਬੀਲਾਂ ਲਾਉਂਦੇ ਨੇ। ਹੁਣ ਵੀ ਗੁਰਪੁਰਬ ਵਾਲੇ ਦਿਨ ਨਗਰ ਕੀਰਤਨ ਨਾਲ ਪਾਣੀ ਦੀ ਰੇਹੜੀ ਲੈ ਕੇ ਤੁਰਦੇ ਨੇ। ਉਸ ਵਿੱਚ ਹੁਣ ਵੀ ਉਹੀ ਪਾਣੀ ਨਾਲ ਭਰੇ ਵੱਡੇ ਵੱਡੇ ਡਰਮ ਹੁੰਦੇ ਨੇ। ਇਹ ਕਦੇ ਨਹੀਂ ਦੇਖਦੇ ਇਹਨਾਂ ਸਾਹਮਣੇ ਪਾਣੀ ਦਾ ਤਿਹਾਇਆ ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ। ਇਹ ਹੁਣ ਵੀ ਗੁਰਦੁਆਰਾ ਸਾਹਿਬ 'ਚ ਪਾਠ ਕਰਦੇ ਨੇ, ਸੇਵਾ ਕਰਦੇ ਨੇ, ਕੀਰਤਨ ਕਰਦੇ ਨੇ। ਮਾਂ ਕੋਲੋਂ ਇਹ ਵੀ ਪਤਾ ਲੱਗਾ ਕਿ ਇਹਨਾਂ ਤੋਂ ਵੱਡੇ ਗ੍ਰੰਥੀ ਜੀ ਪਿਛਲੇ ਮਹੀਨੇ ਚੂਲਾ ਛੱਡ ਗਏ ਨੇ। ਇਸ ਲਈ ਇਸ ਐਤਵਾਰ ਨੂੰ ਗੁਰਪੁਰਬ ਵਾਲੇ ਦਿਨ ਸਾਧ ਸੰਗਤ ਨੇ ਭਰੇ ਦੀਵਾਨ ਵਿੱਚ ਇਹਨਾਂ ਨੂੰ ਗੁਰਦੁਆਰਾ ਸਾਹਿਬ ਦਾ ਵੱਡਾ ਗ੍ਰੰਥੀ ਸਥਾਪਿਤ ਕਰਨਾ। ਮੇਰੀ ਵੀ ਬੁੱਧ ਤੀਕ ਦੀ ਛੁੱਟੀ ਸੀ। ਮੈਨੂੰ ਵੀ ਇਹ ਸੁਣ ਚੰਗਾ ਲੱਗਾ ਕਿ ਅਜਿਹੇ ਸ਼ੁਭ ਮੌਕੇ 'ਤੇ ਮੈਂ ਵੀ ਬਾਬਾ ਨਿਰਮਲ ਸਿੰਘ ਜੀ ਦੀ ਖੁਸ਼ੀ ਵਿੱਚ ਥੋੜ੍ਹਾ ਹਿੱਸਾ ਪਾ ਸਕਾਂ। ਜਦੋਂ ਮੈਂ ਐਤਵਾਰ ਨੂੰ ਸਵੇਰੇ ਭਾਈ ਜੱਸਾ ਸਿੰਘ ਜੀ ਦੇ ਗੁਰਦੁਆਰੇ ਪਹੁੰਚਿਆ ਤਾਂ ਉੱਥੇ ਦੀ ਰੌਣਕ ਤਾਂ ਦੇਖਿਆ ਹੀ ਬਣਦੀ ਸੀ। ਬਾਹਰ ਖੁੱਲ੍ਹੀ ਥਾਂ 'ਤੇ ਇੱਕ ਬਹੁਤ ਵੱਡਾ ਦੀਵਾਨ ਸਜਿਆ ਹੋਇਆ ਸੀ। ਰੰਗ ਬਰੰਗੇ ਸ਼ਮਿਆਨੇ ਲੱਗੇ ਹੋਏ ਸਨ। ਉਂਝ ਤਾਂ ਪਟਿਆਲੇ ਸ਼ਹਿਰ ਦੀ ਸਾਰੀ ਸੰਗਤ ਜਿਵੇਂ ਉੱਥੇ ਪਹੁੰਚ ਗਈ ਸੀ। ਲੋਕ ਨਵੇਂ ਕੱਪੜੇ ਪਹਿਨੀ ਦਰੀਆਂ 'ਤੇ ਬੈਠੇ ਸਨ। ਉਹਨਾਂ ਵਿੱਚ ਬੱਚੇ ਸਨ, ਉਹਨਾਂ ਵਿੱਚ ਜਵਾਨ ਸਨ, ਔਰਤਾਂ ਸਨ, ਉਹਨਾਂ ਵਿੱਚ ਮਰਦ ਸਨ ਤੇ ਬੁੱਢੇ ਸਨ। ਉਹਨਾਂ ਵਿੱਚ ਬਹੁਤੇ ਬਾਬਾ ਨਿਰਮਲ ਸਿੰਘ ਜੀ ਨੂੰ ਮੰਨਣ ਵਾਲੇ ਸਨ। ਬਾਹਰ ਖੁੱਲ੍ਹੇ ਵਿੱਚ ਰੇਸ਼ਮੀ ਚਾਨਣੀ ਹੇਠਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ। ਰਾਗੀ ਜਥਾ ਪਿਆਰੇ ਸ਼ਬਦ ਗਾ ਰਿਹਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂਬੇ ਸਭ ਤੋਂ ਮੂਹਰੇ ਬਾਬਾ ਨਿਰਮਲ ਸਿੰਘ ਜੀ ਆਪਣੇ ਤੋਂ ਛੋਟੇ ਗ੍ਰੰਥੀ ਭਾਈ ਫਤਿਹ ਸਿੰਘ ਅਤੇ 10-12 ਹੋਰ ਸੇਵਕਾਂ ਨਾਲ ਅੱਖਾਂ ਮੀਟੀ ਬੈਠੇ ਸਨ। ਅਜੇ ਕੀਰਤਨ ਦਾ ਰਸ ਚਾਰੇ ਪਾਸੇ ਖਿਲਰ ਹੀ ਰਿਹਾ ਸੀ ਕਿ ਉਹ ਆਪਣੀ ਥਾਮੋਂ ਮੱਥਾ ਟੇਕ ਉੱਠੇ। ਉਹਨਾਂ ਹੱਥ ਤੇ ਇਸ਼ਾਰੇ ਨਾਲ ਰਾਗੀਆਂ ਨੂੰ ਕੁਝ ਚਿਰ ਖਾਤਰ ਸ਼ਬਦ ਕੀਰਤਨ ਤੋਂ ਰੋਕਣ ਲਈ ਕਿਹਾ। ਜਦੋਂ ਬਾਬਾ ਨਿਰਮਲ ਸਿੰਘ ਜੀ ਆਪਣੀ ਥਾਮੋਂ ਉੱਠ ਮਾਈਕ ਨੇੜੇ ਪਹੁੰਚੇ ਤਾਂ ਸਾਰੇ ਪੰਡਾਲ ਵਿੱਚ ਇੱਕ ਸਨਾਟਾ ਜਿਹਾ ਫੈਲ ਗਿਆ। ਸਾਰੇ ਜਣੇ ਇੱਕ ਟਿਕ ਬਾਬਾ ਨਿਰਮਲ ਸਿੰਘ ਜੀ ਦੇ ਚਿਹਰੇ ਵੱਲ ਵੇਖਣ ਲੱਗੇ। ਸਾਰੇ ਉਹਨਾਂ ਦੀ ਸੇਵਾ ਤੇ ਘਾਲਣਾ ਤੇ ਅਸ਼ ਕਰ ਰਹੇ ਸਨ। ਸਭ ਦੇ ਮੂੰਹਾਂ ਤੇ ਇੱਕੋ ਗੱਲ ਸੀ ਕਿ ਜੇ ਬੰਦਾ ਜਨਮ ਲੈ ਕੇ ਇਸ ਸੰਸਾਰ ਵਿੱਚ ਆਵੇ ਤਾਂ ਬਾਬਾ ਨਿਰਮਲ ਸਿੰਘ ਜਿਹਾ ਜੀਵਨ ਬਤੀਤ ਕਰੇ। ਜਦੋਂ ਬਾਬਾ ਜੀ ਨੇ ਮਾਈਕ ਹੱਥ ਵਿੱਚ ਫੜਿਆ ਤਾਂ ਪੰਡਾਲ ਵਿੱਚ ਫੈਲਿਆ ਸਨਾਟਾ ਹੋਰ ਗਹਿਰਾ ਹੋ ਗਿਆ। ਉਹਨਾਂ ਬੋਲਣਾ ਸ਼ੁਰੂ ਕੀਤਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਦੇ ਸਜੇ ਦੀਵਾਨ ਨੂੰ ਵੇਖ ਮਨ ਬਹੁਤ ਖੁਸ਼ ਹੋਇਆ। ਗੁਰੂ ਮਹਾਰਾਜ ਪ੍ਰਤੀ ਸਾਧ ਸੰਗਤ ਦੀ ਕਿੰਨੀ ਸ਼ਰਧਾ ਹੈ, ਇਹ ਤਾਂ ਇਕੱਠ ਵੇਖ ਕੇ ਹੀ ਪਤਾ ਲੱਗਦਾ। ਪਿਛਲੇ ਮਹੀਨੇ ਸਾਡੇ ਵੱਡੇ ਗ੍ਰੰਥੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਵਿਰਾਜੇ ਹਨ। ਪਰ ਇਹ ਤਾਂ ਇੱਕ ਸੰਸਾਰਿਕ ਰੀਤ ਹੈ। ਘਲੇ ਆਵੈ ਨਾਨਕਾ ਸਦੇ ਉੱਠੀ ਜਾਹੈ। ਉਹ ਸਾਡੇ ਤੋਂ ਵੱਡੇ ਸਨ। ਇੰਜ ਤਾਂ ਗੁਰੂ ਚਰਨਾਂ ਤੱਕ ਪਹੁੰਚਣ ਲਈ ਬੰਦੇ ਨੂੰ ਆਪ ਘਾਲਣੀ ਪੈਂਦੀ ਹੈ। ਪਰ ਫਿਰ ਵੀ ਜੇ ਕੋਈ ਸਿੱਧਾ ਰਾਹ ਦਿਖਾਵੇ ਤਾਂ ਉਹ ਰਾਹ ਸੁਖਾਲਾ ਹੋ ਜਾਂਦਾ ਤੇ ਉੱਥੇ ਛੇਤੀ ਅਪੜਿਆ ਜਾ ਸਕਦਾ। ਉਹ ਸਾਨੂੰ ਹਮੇਸ਼ਾ ਸਿੱਧੇ ਰਾਹ 'ਤੇ ਤੁਰਨ ਲਈ ਪ੍ਰੇਰਿਆ। ਸਾਡੀ ਅਣਜਾਣੇ ਵਿੱਚ ਕੀਤੀਆਂ ਭੁੱਲਾਂ ਬਖਸ਼ਾਉਣ ਲਈ ਗੁਰੂ ਮਹਾਰਾਜ ਮੂਹਰੇ ਅਰਦਾਸਾਂ ਕੀਤੀਆਂ। ਪਰ ਹੁਣ ਮਾਈਕ 'ਤੇ ਬੋਲਦੇ ਹੋਏ ਬਾਬਾ ਨਿਰਮਲ ਸਿੰਘ ਜੀ ਕੁਝ ਚਿਰ ਲਈ ਚੁੱਪ ਕਰ ਗਏ। ਉਹਨਾਂ ਦੀ ਨਜ਼ਰ ਇੱਕ ਵਾਰੀ ਪੰਡਾਲ ਵਿੱਚ ਜੁੜੀ ਸੰਗਤ ਦੇ ਚਿਹਰੇ 'ਤੇ ਘੁੰਮੀ ਅਤੇ ਫਿਰ ਉਹ ਅਧੂਰੀ ਛੱਡੀ ਗੱਲ ਪੂਰੀ ਕਰਨ ਲੱਗੇ। ਉਹਨਾਂ ਦੇ ਜਾਣ ਬਾਅਦ ਅਸੀਂ ਜਿਵੇਂ ਸੱਖਣੇ ਹੋ ਗਏ ਹਾਂ। ਸਾਨੂੰ ਕੁਝ ਨਹੀਂ ਸੁੱਝਦਾ, ਅਸੀਂ ਕੀ ਕਰੀਏ।
ਹੁਣ ਸਾਨੂੰ ਫਿਰ ਇੱਕ ਅਜਿਹੀ ਸ਼ਖਸੀਅਤ ਦੀ ਲੋੜ ਹੈ ਜਿਹੜੀ ਸਾਡਾ ਮਾਰਗਦਰਸ਼ਨ ਕਰ ਸਕੇ ਤੇ ਇਸ ਲਈ ਜੇ ਮੈਂ ਸਾਧ ਸੰਗਤ ਤੇ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਭਾਈ ਫਤਿਹ ਸਿੰਘ ਜੀ ਦਾ ਨਾਂ ਤਜਵੀਜ਼ ਕਰਾਂ ਤਾਂ ਜਾਣਦਾ ਇੰਨੀ ਜੁੜੀ ਸਾਧ ਸੰਗਤ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ। ਮੈਂ ਇਸ ਖੁਸ਼ੀ ਦੇ ਮੌਕੇ ਤੇ ਭਾਈ ਫਤਿਹ ਸਿੰਘ ਜੀ ਤੇ ਸਾਰੀ ਸਾਧ ਸੰਗਤ ਨੂੰ ਵਧਾਈ ਵੀ ਦਿੰਦਾ ਹਾਂ। ਇਹਨਾਂ ਕਹਿ ਬਾਬਾ ਨਿਰਮਲ ਸਿੰਘ ਜੀ ਨੇ ਮਾਈਕ ਛੱਡ ਦਿੱਤਾ। ਉਹਨਾਂ ਇੱਕ ਵਾਰ ਫਿਰ ਗੁਰੂ ਮਹਾਰਾਜ ਮੂਰੇ ਮੱਥਾ ਟੇਕਿਆ ਤੇ ਉਹ ਚੁੱਪਚਾਪ ਆਪਣੀ ਕੋਠੜੀ ਵੱਲ ਤੁਰ ਪਏ। ਉਹਨਾਂ ਦੇ ਪਿੱਛੇ ਪਿੱਛੇ ਭਾਈ ਫਤਿਹ ਸਿੰਘ ਜੀ ਦੇ ਨਾਲ ਹੋਰ ਸੇਵਕ ਵੀ ਸਨ। ਦੀਵਾਨ ਵਿੱਚ ਸਜੀ ਸੰਗਤ ਤਾਂ ਜਿਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖਦੀ ਹੀ ਰਹਿ ਗਈ। ਕਿਸੇ ਨੇ ਇਹ ਤੱਕ ਕਦੇ ਸੋਚਿਆ ਤੀਕ ਨਾ ਸੀ ਕਿ ਬਾਬਾ ਨਿਰਮਲ ਸਿੰਘ ਜੀ ਇੰਜ ਕਰਨਗੇ। ਹੌਲੀ ਹੌਲੀ ਲੰਗਰ ਛਕ ਕੇ ਸੰਗਤ ਆਪਣੇ ਆਪਣੇ ਘਰਾਂ ਨੂੰ ਮੁੜ ਗਈ। ਮੈਂ ਵੀ ਅਜੀਬ ਜਿਹੀਆਂ ਸੋਚਾਂ 'ਚ ਡੁੱਬਿਆ ਘਰ ਆ ਗਿਆ। ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਬਾਬਾ ਨਿਰਮਲ ਸਿੰਘ ਜੀ ਨੇ ਇਸ ਤਰ੍ਹਾਂ ਕਿਉਂ ਕੀਤਾ। ਇਸ ਸਵਾਲ ਨੂੰ ਮਨ ਵਿੱਚ ਲੈ ਮੈਂ ਮੰਗਲ ਵਾਲੇ ਦਿਨ ਬਾਬਾ ਜੱਸਾ ਸਿੰਘ ਜੀ ਦੇ ਗੁਰਦੁਆਰੇ ਪਹੁੰਚ ਗਿਆ। ਦੂਰੋਂ ਵੇਖਿਆ ਬਾਬਾ ਨਿਰਮਲ ਸਿੰਘ ਜੀ ਮੰਜੀ ਡਾਹੀ ਇੱਕ ਰੁੱਖ ਹੇਠਾਂ ਲੰਮੇ ਪਏ ਸਨ। ਮੈਂ ਉਹਨਾਂ ਦੇ ਨੇੜੇ ਜਾ ਹੱਥ ਜੋੜ ਕੇ ਸਤਨਾਮ ਕਿਹਾ। ਉਹ ਮੰਜੀ ਤੇ ਉੱਠ ਕੇ ਬਹਿ ਗਏ। ਮੈਂ ਵੀ ਉਹਨਾਂ ਸਾਹਮਣੇ ਪਹਿਲਾਂ ਤੋਂ ਹੀ ਵਿਛੀ ਬੋਰੀ ਤੇ ਬਹਿ ਗਿਆ। ਇੱਧਰ ਉੱਧਰ ਦੀਆਂ ਗੱਲਾਂ ਤੁਰਦੀਆਂ ਰਹੀਆਂ। ਉਹ ਗੁਰਬਾਣੀ ਤੇ ਗੁਰੂ ਸੇਵਾ ਬਾਰੇ ਦੱਸਦੇ ਗਏ, ਪਰ ਮੇਰੇ ਮਨ ਵਿੱਚ ਤਾਂ ਇੱਕ ਅਜਿਹਾ ਸਵਾਲ ਸੀ ਜਿਸ ਨੇ ਮੈਨੂੰ ਪਿਛਲੇ 2 ਦਿਨਾਂ ਤੋਂ ਵਿਚਲਿਤ ਕਰ ਰੱਖਿਆ ਸੀ। ਅਚਾਨਕ ਤੁਰਦੀਆਂ ਗੱਲਾਂ ਵਿੱਚ ਮੈਂ ਉਹਨਾਂ ਨੂੰ ਪੁੱਛ ਹੀ ਬੈਠਾ, ਬਾਬਾ ਜੀ ਇੱਕ ਗੱਲ ਸਮਝ ਨਹੀਂ ਆਈ, ਜਦੋਂ ਗੁਰਦੁਆਰਾ ਸਾਹਿਬ ਜੀ ਦੇ ਵੱਡੇ ਗ੍ਰੰਥੀ ਜੀ ਦੀ ਥਾਂ ਲੈਣ ਦਾ ਆਪ ਜੀ ਦਾ ਹੱਕ ਸੀ, ਫਿਰ ਆਪ ਜੀ ਨੇ ਇਹ ਥਾਂ ਆਪਣੇ ਤੋਂ ਛੋਟੇ ਭਾਈ ਫਤਿਹ ਸਿੰਘ ਜੀ ਨੂੰ ਕਿਉਂ ਦੇ ਦਿੱਤੀ? ਪਹਿਲਾਂ ਤਾਂ ਉਹਨਾਂ ਜਿਵੇਂ ਇਸ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਜਿੱਦ ਅੱਗੇ ਉਹਨਾਂ ਨੂੰ ਜਵਾਬ ਦੇਣਾ ਹੀ ਪਿਆ। ਪਰ ਉਹਨਾਂ ਬਹੁਤ ਕੁਝ ਨਾ ਬੋਲ ਆਪਣੇ ਆਪ ਨੂੰ ਸੰਭਾਲਦਿਆਂ ਕੇਵਲ ਇੰਨਾ ਹੀ ਕਿਹਾ, ਹਮ ਚਾਕਰ ਗੋਬਿੰਦ ਕੇ। ਇਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ, ਜਿਵੇਂ ਉਹ ਗਹਿਰੀ ਸਮਾਧੀ ਵਿੱਚ ਲੀਨ ਹੋ ਗਏ ਹੋਣ। ਧੰਨਵਾਦ ਜੀ। ਜੇਕਰ ਕਹਾਣੀ ਵਧੀਆ ਲੱਗੇ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ।